ਸਤਿ ਸ਼੍ਰੀ ਅਕਾਲ एवरीवन। PCS 2020 ਦੀ ਸੀਰੀਜ਼ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਪੇਡ ਕੋਰਸਿਸ ਵਿੱਚ ਐਨਰੋਲ ਹੋਣ ਵਾਲੇ 350 ਤੋਂ ਵੱਧ ਸਟੂਡੈਂਟਸ ਨੂੰ ਬਹੁਤ-ਬਹੁਤ ਥੈਂਕ ਯੂ। ਤੁਸੀਂ ਸਾਡੇ ਤੇ ਟਰਸਟ ਕੀਤਾ, ਅਸੀਂ ਤੁਹਾਡੇ ਉਸ ਟਰਸਟ ਨੂੰ ਪੂਰਾ ਕਰਾਂਗੇ। ਅਸੀਂ ਇਹ ਵੀ ਕਮਿਟ ਕੀਤਾ ਸੀ ਕਿ ਜਿਹੜੇ ਲੋਕ ਸਾਡੇ ਨਾਲ ਪੇਡ ਕੋਰਸਿਸ ਵਿੱਚ ਹੱਥ ਨਹੀਂ ਮਿਲਾਣਗੇ ਉਹਨਾਂ ਲਈ ਵੀ ਅਸੀਂ ਫ੍ਰੀ ਕੰਟੈਂਟ ਪ੍ਰੋਵਾਈਡ ਕਰਾਂਗੇ। ਉਸੇ ਸੀਰੀਜ਼ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਇਹ ਨਵਾਂ ਇਨੀਸ਼ੀਏਟਿਵ ਲੈ ਕੇ ਆਇਆ। ਇਸ ਦੇ ਵਿੱਚ ਮੈਂ ਆਪ ਤੁਹਾਨੂੰ ਲੋਕਾਂ ਨੂੰ ਇੱਕ ਇਸ ਢੰਗ ਨਾਲ ਵਰਲਡ ਹਿਸਟਰੀ ਦੇ ਟੌਪਿਕਸ ਨੂੰ ਇੰਟੀਗ੍ਰੇਟ ਕਰਕੇ ਪੜਾਵਾਂਗਾ, ਪੋਲੀਟੀਕਲ ਫਿਲਾਸਫੀ, ਪੋਲੀਟੀਕਲ ਥਿੰਕਰਸ, ਪੋਲੀਟੀਕਲ ਆਈਡੀਆਜ਼, ਤਾਂ ਕਿ ਤੁਸੀਂ ਚੀਜ਼ਾਂ ਨੂੰ ਸਮਝੋ ਤੇ ਉਹ ਤੁਹਾਨੂੰ ਯਾਦ ਹੋਣ, ਨਾ ਕਿ ਤੁਹਾਨੂੰ ਰੱਟੇ ਲਾ ਕੇ ਜਾਣਾ ਪਏ। ਰਟੀਆਂ ਰਟਾਈਆਂ ਚੀਜ਼ਾਂ ਪੇਪਰ 'ਚ ਨਹੀਂ ਆਉਂਦੀਆਂ। ਜੇ ਆਪਾਂ ਸਮਝ ਕੇ ਜਾਵਾਂਗੇ, ਸੁਣ ਕੇ ਜਾਵਾਂਗੇ, ਚੰਗੀ ਤਰ੍ਹਾਂ ਸਾਨੂੰ ਉਹ ਗੱਲ ਸਮਝ ਆ ਚੁੱਕੀ ਹੋਊਗੀ ਤੇ ਪੇਪਰ 'ਚ ਕਿੱਥੋਂ ਵੀ ਕਿੱਦਾਂ ਦਾ ਵੀ ਕੁਐਸਚਨ ਆ ਜੇ ਅਸੀਂ ਉਹਨੂੰ ਹੈਂਡਲ ਕਰਾਂਗੇ। ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਹੁਣ ਅਸੀਂ ਸਟਾਰਟ ਕਰਦੇ ਹਾਂ ਆਪਣੀ ਸੀਰੀਜ਼। ਅੱਜ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਵਾਂਗਾ। ਇਹ 20-25 ਮਿੰਟ ਦੀ ਸਟੋਰੀ ਸੁਣਨ ਤੋਂ ਬਾਅਦ ਤੁਹਾਨੂੰ ਵਰਲਡ ਹਿਸਟਰੀ, ਪੋਲੀਟੀਕਲ ਆਈਡੀਆਜ਼, ਪੋਲੀਟੀਕਲ ਫਿਲਾਸਫਰਸ ਬਾਰੇ ਕਾਫੀ ਕੁਝ ਸਮਝ ਆ ਜਾਊਗਾ। ਫਿਰ ਅਗਲੇ 5 ਜਾਂ 6 ਲੈਕਚਰਸ ਦੇ ਵਿੱਚ ਮੈਂ ਇਹ ਟੌਪਿਕ ਕੰਪਲੀਟ ਕਰਾਂਗਾ ਤੇ ਮੈਂ ਟਰਾਈ ਜ਼ਰੂਰ ਕਰਾਂਗਾ, ਇਹ ਮੇਰਾ ਕੋਈ ਕਮਿਟਮੈਂਟ ਨਹੀਂ ਹੈ, ਪਰ ਮੈਂ ਟਰਾਈ ਜ਼ਰੂਰ ਕਰਾਂਗਾ ਕਿ ਤੁਹਾਨੂੰ ਇਹਦੇ ਵੀ ਨੋਟਸ ਮੈਂ ਪ੍ਰੋਵਾਈਡ ਕਰਾਂ। ਠੀਕ ਹੈ ਜੀ। ਸੋ ਲੈਟਸ ਸਟਾਰਟ। ਇਹ ਅਸੀਂ ਹਿਸਟਰੀ ਸ਼ੁਰੂ ਕਰਦੇ ਹਾਂ ਉਸ ਟਾਈਮ ਤੋਂ ਜਿਹਨੂੰ ਕਿਹਾ ਜਾਂਦਾ ਹੈ ਫਿਊਡਲਿਜ਼ਮ, ਸਮਾਂਤਵਾਦ। ਇਸ ਜ਼ਮਾਨੇ ਦੇ ਵਿੱਚ ਨਾ ਦੁਨੀਆ ਦੇ ਵਿੱਚ ਜਿਹੜੀ ਸੁਸਾਇਟੀ ਸੀਗੀਆਂ ਉਹਨੂੰ 2 ਪਾਰਟਸ 'ਚ ਡਿਵਾਈਡ ਕਰ ਦਿੰਦੇ ਸੀਗੇ। ਇੱਕ ਨੂੰ ਕਹਿੰਦੇ ਸੀ ਪ੍ਰਿਵਿਲੇਜ ਗਰੁੱਪ, ਜਿਨ੍ਹਾਂ ਕੋਲ ਕੁਝ ਵਿਸ਼ੇਸ਼ ਅਧਿਕਾਰ ਹੁੰਦੇ ਸੀ, ਤੇ ਦੂਜਿਆਂ ਨੂੰ ਕਹਿੰਦੇ ਸੀਗੇ ਅਨਪ੍ਰਿਵਿਲੇਜਡ, ਯਾਨੀ ਕਿ ਕਾਮਨ ਲੋਕ, ਆਮ ਜਨਤਾ। ਰਾਈਟ। ਜਿਹੜਾ ਇਹ ਪ੍ਰਿਵਿਲੇਜ ਗਰੁੱਪ ਸੀ ਇਹ ਸਿਰਫ 2% ਸੀ ਤੇ ਜਿਹੜੇ ਬਾਕੀ ਸੀ ਉਹ ਸਾਰੇ ਕਾਮਨਰ ਸੀ। ਇਹਨਾਂ ਕਾਮਨਰਸ ਦੇ ਵਿੱਚ, ਆਮ ਜਨਤਾ ਦੇ ਵਿੱਚ ਵੀ ਸ਼ਿਖਰ ਤੇ ਉੱਪਰ ਟੌਪ ਤੇ ਕੁਝ ਐਸੇ ਲੋਕ ਸੀ ਜਿਹੜੇ ਬੜੇ ਹੀ ਐਂਟਰਪ੍ਰਾਈਜ਼ਿੰਗ ਸੀ, ਬੜੇ ਉਦਮੀ ਲੋਕ ਸੀ ਤੇ ਉਹ ਟ੍ਰੇਡ ਐਂਡ ਕਾਮਰਸ ਕਰਨਾ ਚਾਹੁੰਦੇ ਸੀ, ਬਟ ਉਹਨਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲਦੇ ਸੀ, ਸਟੇਟਸ ਆਫ ਇਕੁਐਲਿਟੀ ਨਹੀਂ ਮਿਲਦਾ ਸੀ, ਉਹਨਾਂ ਨੂੰ ਵੀ ਕਾਮਨਰਸ ਵਾਂਗ ਹੀ ਮੰਨਿਆ ਜਾਂਦਾ ਸੀ। ਹੁਣ ਦੁਨੀਆ ਇਸ ਤਰ੍ਹਾਂ ਚੱਲ ਰਹੀ ਸੀ, ਇਹਨੂੰ ਕਿਹਾ ਜਾਂਦਾ ਸੀ ਅੰਧਕਾਰਮਈ ਯੁੱਗ, ਡਾਰਕ ਏਜ, ਕਿਉਂਕਿ ਲੋਕੀ ਸਾਇੰਟੀਫਿਕਲੀ ਸੋਚਦੇ ਨਹੀਂ ਸੀ। ਉਹ ਚਰਚ ਦੀ ਹਰ ਗੱਲ ਤੇ ਅੱਗੇ ਨਤਮਸਤਕ ਹੁੰਦੇ ਸੀ, ਮੱਥਾ ਟੇਕਦੇ ਸੀ, ਰਾਜਾ ਦੀ ਪਾਵਰਸ ਨੂੰ ਚੈਲੰਜ ਨਹੀਂ ਕਰਦੇ ਸੀ, ਰਾਜਾ ਨੂੰ ਰੱਬ ਮੰਨਦੇ ਸੀ। ਇਹਨੂੰ ਕਹਿੰਦੇ ਸੀ ਡਿਵਾਈਨ ਓਰੀਜਨ ਥਿਊਰੀ ਆਫ ਕਿੰਗਸ਼ਿਪ ਜਾਂ ਡਿਵਾਈਨ ਰਾਈਟ ਥਿਊਰੀ ਆਫ ਕਿੰਗਸ਼ਿਪ। ਦੁਨੀਆ ਦੇ ਸਾਰੇ ਰਾਜੇ ਖੁਦ ਨੂੰ ਜਾਂ ਤਾਂ ਰੱਬ ਹੀ ਦੱਸਦੇ ਸੀ ਜਾਂ ਰੱਬ ਦਾ ਦੂਤ ਦੱਸਦੇ ਸੀ। ਆਈਦਰ ਦੇ ਦੈਮਸੈਲਫ ਕਲੇਮ ਟੂ ਬੀ ਕਿੰਗਸ ਔਰ ਦਾ ਰਿਪਰੈਜ਼ੈਂਟੇਟਿਵਸ ਆਫ ਦਾ ਕਿੰਗ, ਡਿਵਾਈਨ ਥਿਊਰੀ ਦੇ ਵਿੱਚ। ਰਾਈਟ। ਸੋ ਪੂਰੀ ਦੁਨੀਆ ਇਦਾਂ ਚੱਲੀ ਜਾ ਰਹੀ ਸੀ ਅੰਧਕਾਰਮਈ ਯੁੱਗ ਦੇ ਵਿੱਚ। ਹੁਣ ਪਹਿਲਾ ਪੜਾਅ ਆਇਆ ਜਿਹਨੂੰ ਅਸੀਂ ਕਹਿੰਦੇ ਹਾਂ ਏਜ ਆਫ ਰੇਨੇਸਾਂ ਜਾਂ ਪੁਨਰ ਜਾਗਰਣ। ਇਹ ਇਟਲੀ ਤੋਂ ਸ਼ੁਰੂ ਹੋਇਆ। ਲੋਕਾਂ ਨੇ ਪਹਿਲੀ ਵਾਰ ਥੋੜਾ ਸਾਇੰਟੀਫਿਕਲੀ ਸੋਚਿਆ। ਰਾਈਟ। ਜਦੋਂ ਉਹਨਾਂ ਨੇ ਥੋੜਾ ਸਾਇੰਟੀਫਿਕਲੀ ਸੋਚਿਆ ਤੇ ਏਜ ਆਫ ਡਿਸਕਵਰੀ ਵੀ ਸ਼ੁਰੂ ਹੋ ਗਈ। ਲੋਕਾਂ ਨੇ ਸਮੁੰਦਰੀ ਰਸਤਿਆਂ ਤੋਂ ਜਾ ਕੇ ਨਵੀਆਂ ਖੋਜਾਂ ਕੀਤੀਆਂ। ਕੋਲੰਬਸ ਅਮਰੀਕਾ ਵੱਲ ਪਹੁੰਚ ਗਿਆ, ਵਾਸਕੋ ਡੀ ਗਾਮਾ ਇੰਡੀਆ ਆ ਗਿਆ। ਇਸ ਏਜ ਆਫ ਡਿਸਕਵਰੀ ਦੇ ਵਿੱਚ ਸਾਇੰਸ ਦਾ ਬੜਾ ਵੱਡਾ ਯੋਗਦਾਨ ਸੀ। ਡਾਇਰੈਕਸ਼ਨਸ ਵਾਸਤੇ ਤੁਹਾਡੇ ਕੋਲ ਕੰਪਸ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਸਮੁੰਦਰ 'ਚ ਅਲੱਗ-ਅਲੱਗ ਰਸਤਿਆਂ ਤੇ ਜਾਓਗੇ। ਠੀਕ ਹੈ। ਇਹ ਸਾਰਾ ਕੁਝ ਚੱਲਦੇ ਹੋਏ ਰੇਨੇਸਾਂ ਨੇ ਲੋਕਾਂ ਨੂੰ ਸਾਇੰਟੀਫਿਕਲੀ ਸੋਚਣ ਤੇ ਲਾਤਾ। ਹੁਣ ਜਦੋਂ ਪੀਪਲ ਸਟਾਰਟਿਡ ਥਿੰਕਿੰਗ ਸਾਇੰਟੀਫਿਕਲੀ, ਰੈਸ਼ਨਲੀ, ਲੌਜੀਕਲੀ, ਤੇ ਲੋਕਾਂ ਨੇ ਇਹਦੇ ਵਾਸਤੇ ਇੰਸਪੀਰੇਸ਼ਨ ਜਿਹੜਾ ਨਾ ਪਾਸਟ ਤੋਂ ਲਿਆ, ਏਂਸ਼ੀਅੰਟ ਗ੍ਰੀਸ ਤੋਂ, ਰੋਮਨਸ ਤੋਂ। ਇਟਲੀ ਦੇ ਲੋਕਾਂ ਨੇ ਅਰਿਸਟੋਟਲ ਦੇ ਆਈਡੀਆਜ਼ ਪੜ੍ਹੇ, ਹੋਰ ਲੋਕਾਂ ਦੇ ਆਈਡੀਆਜ਼ ਪੜ੍ਹੇ। ਜਦੋਂ ਇਹਨਾਂ ਨੇ ਪਾਸਟ ਤੋਂ ਇੰਸਪੀਰੇਸ਼ਨ ਲਈ, ਇਸ ਲਈ ਇਹਨੂੰ ਕਿਹਾ ਗਿਆ ਪੁਨਰ ਜਾਗਰਣ, ਕਿ ਆਪਣੇ ਪਿਛੋਕੜ ਵਿੱਚ ਵੇਖ ਕੇ, ਆਪਣੀ ਬੈਕਗਰਾਊਂਡ 'ਚ ਦੇਖ ਕੇ, ਪਾਸਟ ਵਿੱਚ ਜਾ ਕੇ ਲੋਕਾਂ ਨੇ ਆਈਡੀਆਜ਼ ਨੂੰ ਸਮਝਿਆ ਤੇ ਹੁਣ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਲਈ, ਪ੍ਰੋਗਰੈਸਿਵ ਫਿਊਚਰ ਵਾਸਤੇ ਦੇ ਆਰ ਨਾਓ ਗੋਇੰਗ ਟੂ ਐਕਟ। ਇਹ ਹੋ ਗਿਆ ਜੀ ਰੇਨੇਸਾਂ। ਇਹ ਇਟਲੀ ਤੋਂ ਸ਼ੁਰੂ ਹੋਇਆ। ਹੁਣ ਜਦੋਂ ਇਟਲੀ 'ਚ ਰੇਨੇਸਾਂ ਆਇਆ, ਉਸ ਤੋਂ ਬਾਅਦ ਕੀ ਹੋਇਆ? ਹੁਣ ਲੋਕਾਂ ਨੂੰ ਧਰਮ ਦੀਆਂ ਬੁਰਾਈਆਂ ਦਿਖੀਆਂ, ਚਰਚ ਦੀ ਈਵਲ ਪ੍ਰੈਕਟਿਸਿਸ ਐਕਸਪੋਜ਼ ਹੋਈਆਂ, ਔਰ ਚਰਚ ਦੇ ਇੱਕ ਬਸ਼ਿੰਦੇ, ਚਰਚ ਦੇ ਇੱਕ ਮੈਂਬਰ ਜਰਮਨੀ 'ਚ ਸੀ ਜੋ ਮਾਰਟਿਨ ਲੂਥਰ ਨੇ ਚਰਚ ਦੇ ਖਿਲਾਫ 95 ਗੱਲਾਂ ਕੱਢੀਆਂ। 95, ਇਹਨੂੰ ਕਹਿੰਦੇ ਆ 95 ਥੀਸਿਸ, ਤੇ ਜਰਮਨੀ ਦੀ ਵਿਟਨਬਰਗ ਦੀ ਚਰਚ ਦੇ ਦਰਵਾਜ਼ੇ ਤੇ ਜਾ ਕੇ ਕਿੱਲ ਨਾਲ ਠੋਕਤੀਆਂ ਆਪਣੀਆਂ 95 ਗੱਲਾਂ। ਨੇਲਿੰਗ ਆਫ 95 ਥੀਸਿਸ। ਠੀਕ ਹੈ। ਹੁਣ ਉਹਨੇ ਚਰਚ ਦੇ ਉੱਪਰ ਲਾਤੇ ਬਹੁਤ ਸਾਰੇ ਇਲਜ਼ਾਮ, ਬਹੁਤ ਸਾਰੇ ਐਲੀਗੇਸ਼ਨਸ। ਇਹਦੇ ਨਾਲ ਕ੍ਰਿਸਚੈਨਿਟੀ, ਜਿਹੜਾ ਈਸਾਈ ਧਰਮ ਸੀ, ਉਹ ਆਪਸ 2 ਪਾਰਟਾਂ 'ਚ ਵੰਡ ਗਿਆ, 2 ਪਾਰਟਸ ਬਣ ਗਏ। ਇੱਕ ਬਣ ਗਏ ਕੈਥੋਲਿਕ, ਜਿਹੜੇ ਕਿ ਰੂੜੀਵਾਦੀ ਕੰਜ਼ਰਵੇਟਿਵ ਚਰਚ ਨਾਲ ਖੜੋਤੇ ਸੀ। ਸੀ ਕੈਥੋਲਿਕ, ਸੀ ਕੰਜ਼ਰਵੇਟਿਵ, ਇਹ ਖੜ ਗਏ ਸੀ ਰੂੜੀਵਾਦੀ ਚਰਚ ਦੇ ਨਾਲ। ਦੂਜੇ ਪ੍ਰੋਗਰੈਸਿਵ, ਜਿਹੜੇ ਭਵਿੱਖ ਸੁਧਾਰਨਾ ਚਾਹੁੰਦੇ ਆ, ਪ੍ਰੋਗਰੈਸਿਵ ਪੀ ਨਾਲ, ਉਹ ਬਣ ਗਏ ਪ੍ਰੋਟੈਸਟੈਂਟ ਪੀ ਨਾਲ। ਇਹ ਚਾਹੁੰਦੇ ਆ ਹੁਣ ਚੀਜ਼ਾਂ ਬਦਲਣ, ਮਾਡਰਨਿਟੀ ਆਏ, ਆਧੁਨਿਕਤਾ ਨੂੰ ਅਸੀਂ ਆਪਣੇ ਅੰਦਰ ਸਮਾਈਏ ਤੇ ਉਸ ਆਧੁਨਿਕਤਾ ਦੇ ਨਾਲ ਅਸੀਂ ਅੱਗੇ ਵਧੀਏ। ਠੀਕ ਹੈ ਜੀ। ਇਹ ਹੋ ਗਿਆ ਰਿਫਾਰਮੇਸ਼ਨ। ਇਹਦੇ ਵਿੱਚ ਸਭ ਤੋਂ ਪਹਿਲਾ ਨਾਮ ਕਿਹਦਾ ਆਪਾਂ ਲਿਆ? ਮਾਰਟਿਨ ਲੂਥਰ ਦਾ। ਉਹਦੇ ਨਾਲ ਲੁਥੇਰੀਨਿਜ਼ਮ ਆਈ। ਲੁਥੇਰੀਨਿਜ਼ਮ ਦੇ ਨਾਲ ਨਾਲ ਹੁਣ
ਇੱਦਾਂ ਦੇ ਕੁਝ ਹੋਰ ਥਿੰਕਰ ਵੀ ਆਏ ਜਿਹੜੇ ਆਮ ਕਿਤਾਬਾਂ 'ਚ ਅਸੀਂ ਮਿਸ ਕਰ ਜਾਾਂਗੇ। ਥੋੜਾ ਅਸੀਂ ਕੈਲਵਿਨ ਬਾਰੇ ਪੜ੍ਹ ਲਾਂਗੇ, ਥੋੜਾ ਅਸੀਂ ਜ਼ਵਿੰਗਲੀ ਬਾਰੇ ਪੜ੍ਹ ਲਾਂਗੇ ਤਾਂ ਸਾਨੂੰ ਆਈਡੀਆ ਕਲੀਅਰ ਹੋ ਜਾਣਗੇ ਕਿ ਇਹ ਪ੍ਰੋਟੈਸਟੈਂਟਿਜ਼ਮ ਕੀ ਸੀ। ਹੁਣ ਪ੍ਰੋਟੈਸਟੈਂਟਿਜ਼ਮ ਦੇ ਖਿਲਾਫ ਚਰਚ ਨੇ ਇੱਕ ਨਵਾਂ ਮੁਹਿੰਮ ਛੇੜਿਆ, ਉਹਨੂੰ ਕਿਹਾ ਜਾਂਦਾ ਹੈ ਕਾਊਂਟਰ ਰਿਫਾਰਮੇਸ਼ਨ। ਤੋਂ ਪਹਿਲੇ ਹੋਇਆ ਫਿਊਡਲਿਜ਼ਮ, ਫਿਊਡਲਿਜ਼ਮ ਤੋਂ ਬਾਅਦ ਆਇਆ ਰਿਨਾਸਾਂ ਇਟਲੀ 'ਚ, ਇਟਲੀ ਤੋਂ ਬਾਅਦ ਆਇਆ ਰਿਫਾਰਮੇਸ਼ਨ ਜਰਮਨੀ 'ਚ। ਜਰਮਨੀ ਦੇ ਵਿੱਚ ਹੀ ਕਾਊਂਟਰ ਰਿਫਾਰਮੇਸ਼ਨ ਦੀ ਗੱਲਾਂ ਸ਼ੁਰੂ ਹੋ ਗਈਆਂ। ਬਟ ਇਸ ਰਿਫਾਰਮੇਸ਼ਨ ਤੇ ਕਾਊਂਟਰ ਰਿਫਾਰਮੇਸ਼ਨ ਨੇ ਈਸਾਈ ਧਰਮ ਨੂੰ ਦੋ ਪਾਰਟਾਂ ਵਿੱਚ ਵੰਡਤਾ ਸੀਗਾ। ਜਿੱਦਾਂ ਤੁਹਾਨੂੰ ਦੱਸਿਆ ਕੈਥੋਲਿਕ ਤੇ ਪ੍ਰੋਟੈਸਟੈਂਟ, ਇਹਨਾਂ ਦੇ ਵਿੱਚ 30 ਸਾਲ ਫਿਰ ਧਰਮ ਦਾ ਯੁੱਧ ਚੱਲਿਆ, 30 years ਰਿਲੀਜੀਅਸ ਵਾਰ। ਇਸ ਧਰਮ ਦੇ ਯੁੱਧ ਦਾ ਅੰਤ ਜਿਹੜਾ ਹੋਇਆ 1648 ਚ ਹੋਇਆ। 1648 ਜਦੋਂ ਇਹ ਲੜਾਈ ਖਤਮ ਹੋਈ, ਉਹ ਕਿੱਦਾਂ ਖਤਮ ਹੋਈ? ਵਿਦ ਦਾ ਸਾਈਨਿੰਗ ਆਫ ਪੀਸ ਆਫ ਵੈਸਟਫੇਲੀਆ। ਵੈਸਟਫੇਲੀਆ ਦੀ ਸ਼ਾਂਤੀ ਦੀ ਸੰਧੀ ਕਰਕੇ ਇਹ ਲੜਾਈ ਖਤਮ ਹੋਈ ਤੇ ਇਸ ਲੜਾਈ ਦਾ ਖਾਤਮਾ ਦੁਨੀਆ ਦੇ ਵਿੱਚ ਮਾਡਰਨ ਸਟੇਟ ਦਾ ਓਰੀਜਨ ਮੰਨਿਆ ਜਾਂਦਾ ਹੈ। 1648 ਪੀਸ ਆਫ ਵੈਸਟਫੇਲੀਆ ਦਾ ਆਈਡੀਆ ਆਫ ਮਾਡਰਨ ਸਟੇਟ ਐਮਰਜਡ। ਹੁਣ ਮਾਡਰਨ ਸਟੇਟ ਦਾ ਆਈਡੀਆ ਆ ਗਿਆ, ਰਾਜਿਆਂ ਨੂੰ ਆਪਣੀ ਪਾਵਰ ਜ਼ਿਆਦਾ ਮਿਲਣ ਲੱਗ ਗਈ ਮਾਡਰਨ ਸਟੇਟ ਦੇ ਵਿੱਚ, ਕਿਉਂਕਿ ਇਹ ਡੈਮੋਕ੍ਰੈਟਿਕ ਜਾਂ ਰਿਪਬਲਿਕਨ ਸਟੇਟਸ ਨਹੀਂ ਸੀਗੇ, ਇਹ ਮੋਨਾਰਕੀਕਲ ਸਟੇਟ ਸੀਗੇ ਤੇ ਰਾਜਿਆਂ ਕੋਲ ਐਬਸੋਲੂਟ ਪਾਵਰ ਸੀ। ਲੋਕਾਂ ਨੇ ਚਰਚ ਦੀ ਪਾਵਰ ਚੈਲੰਜ ਕਰਤੀ ਹੈ। ਹੁਣ ਅਗਲੀ ਪਾਵਰ ਜਿਹੜੀ ਚੈਲੰਜ ਹੋਣੀ ਹੈ ਉਹ ਕਿਹਦੀ ਹੋਣੀ ਹੈ? ਰਾਜਿਆਂ ਦੀ। ਇਹਦੇ ਵਾਸਤੇ ਆਈ ਏਜ ਆਫ ਐਨਲਾਈਟਨਮੈਂਟ, ਰਾਈਟ? ਏਜ ਆਫ ਐਨਲਾਈਟਨਮੈਂਟ ਨੂੰ ਏਜ ਆਫ ਰੀਜ਼ਨ ਵੀ ਕਹਿੰਦੇ ਹੈ। ਬ੍ਰਿਟੇਨ ਤੋਂ ਸ਼ੁਰੂ ਹੋਈ। ਥਾਮਸ ਹੌਬਸ ਜਿਹੜਾ ਦਾ ਰਾਈਟਰ ਸੀ, ਥਾਮਸ ਹੌਬ, ਜਿਨੇ ਸੋਸ਼ਲ ਕੰਟਰੈਕਟ ਥਿਊਰੀ ਲਿਖੀ। ਉਸ ਤੋਂ ਬਾਅਦ ਫਿਰ ਜੌਨ ਲੌਕ ਸੀ ਇੰਗਲੈਂਡ, ਜਿਨੇ ਸੋਸ਼ਲ ਕੰਟਰੈਕਟ ਥਿਊਰੀ ਨੂੰ ਹੋਰ ਅੱਗੇ ਵਧਾਇਆ। ਇਹਨਾਂ ਲੋਕਾਂ ਨੇ ਆਈਡੀਆ ਦਿੱਤੇ ਕਿ ਜਿਹੜੀ ਸਟੇਟ ਹੈ ਉਹ ਡਿਵਾਈਨ ਇੰਸਟੀਟਿਊਸ਼ਨ ਨਹੀਂ ਹੈ, ਕੋਈ ਰੱਬੀ ਸੰਸਥਾ ਨਹੀਂ ਹੈ ਸਟੇਟ, ਇਹ ਮੈਨ ਮੇਡ ਇੰਸਟੀਟਿਊਸ਼ਨ ਹੈ। ਲੋਕਾਂ ਨੇ ਆਪਣੇ ਨੈਚੁਰਲ ਰਾਈਟਸ ਨੂੰ ਬਚਾਉਣ ਵਾਸਤੇ ਸਟੇਟ ਬਣਾਈ ਸੀ ਤੇ ਇੱਥੋਂ ਆਈਡੀਆ ਆਫ ਨੈਚੁਰਲ ਰਾਈਟਸ ਆਫ ਮੈਨ ਆ ਗਿਆ। ਲਿਬਰਟੀ ਦਾ ਆਈਡੀਆ ਆਉਣਾ ਸ਼ੁਰੂ ਹੋ ਗਿਆ, ਇਕੁਐਲਿਟੀ ਦਾ ਆਈਡੀਆ ਆਉਣਾ ਸ਼ੁਰੂ ਹੋ ਗਿਆ, ਰਾਈਟਸ ਦੀ ਗੱਲਾਂ ਸ਼ੁਰੂ ਹੋ ਗਈਆਂ, ਕੌਨਸਟੀਟਿਊਸ਼ਨਲਿਜ਼ਮ ਦੀ ਗੱਲਾਂ ਆ ਗਈਆਂ, ਸੈਪਰੇਸ਼ਨ ਆਫ ਪਾਵਰ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਹੈ ਏਜ ਆਫ ਐਨਲਾਈਟਨਮੈਂਟ ਜਿਹੜੀ ਇੰਗਲੈਂਡ ਤੋਂ ਸ਼ੁਰੂ ਹੋਈ ਸੀ। ਇਹਦੇ ਨਾਲ ਹੀ ਨਾਲ ਸ਼ੁਰੂ ਹੋ ਗਈ ਹੈ ਹੁਣ ਏਜ ਆਫ ਲਿਬਰਲਿਜ਼ਮ। ਫਿਊਡਲਿਜ਼ਮ ਤੋਂ ਨਾਲ ਹੀ ਆ ਗਈ ਏਜ ਆਫ ਲਿਬਰਲਿਜ਼ਮ। ਪਰ ਇਹ ਏਜ ਆਫ ਲਿਬਰਲਿਜ਼ਮ ਆਮ ਜਨਤਾ ਵਾਸਤੇ ਨਹੀਂ ਆਈ ਹੈ, ਇਹ ਉਹਨਾਂ ਇੰਟੈਲੈਕਚੁਅਲਸ ਵਾਸਤੇ ਆਈ ਹੈ ਜਿਹੜੇ ਕਿ ਐਜੂਕੇਟਿਡ ਮਿਡਲ ਕਲਾਸ ਨੂੰ ਰਿਪਰੈਜ਼ੈਂਟ ਕਰਦੇ ਹੈ। ਤੇ ਦੁਨੀਆ ਜਿਹੜੀ ਸੀ ਨਾ ਫਿਊਡਲਿਜ਼ਮ ਦੀ, ਉਹਦੇ ਵਿੱਚ ਕੇਵਲ 2% ਲੋਕ ਸੀ ਪ੍ਰਿਵਿਲੇਜ, ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਸੀ। 98% ਨੂੰ ਕਾਮਨਰ ਕਹਿੰਦੇ ਸੀ। ਉਹਨਾਂ ਕਾਮਨਰ ਦੇ ਵਿੱਚੋਂ ਦੀ 8% ਲੋਕ ਸੀਗੇ ਜਿਹੜੇ ਮਿਡਲ ਕਲਾਸ ਨੂੰ ਬਿਲੋਂਗ ਕਰਦੇ ਸੀ, ਜਿਹੜੇ ਰਿਚ ਸੀ, ਐਜੂਕੇਟਿਡ ਸੀ, ਅਵੇਅਰ ਸੀ, ਅਵੇਕਨਡ ਸੀ। ਇਹਨਾਂ ਲੋਕਾਂ ਨੇ ਹੁਣੇ ਲਿਬਰਲਿਜ਼ਮ ਦੀ ਆਈਡੀਓਲੋਜੀ ਬਣਾਈ ਹੈ। ਤੇ ਸਿੱਧੀ ਗੱਲ ਹੈ, ਅਸੀਂ ਬਣਾਈ ਹੈ, ਮਿਡਲ ਕਲਾਸ ਨੇ ਸਾਡੇ ਹੱਕਾਂ ਵਾਸਤੇ ਬਣਾਈ ਹੈ। ਆਮ ਜਨਤਾ ਦਾ ਇੰਨੇ ਵੀ ਖਿਆਲ ਨਹੀਂ ਰੱਖਣਾ, ਉਹਨਾਂ ਵਾਸਤੇ ਅੱਗੇ ਸੋਸ਼ਲਿਜ਼ਮ ਆਊਗੀ। ਠੀਕ ਹੈ ਜੀ। ਬਟ ਹਲੇ ਜਦੋਂ ਲਿਬਰਲਿਜ਼ਮ ਆਈ, ਲਿਬਰਲਿਜ਼ਮ ਦੇ ਵਿੱਚ ਇਕਨੋਮਿਕ ਡਾਇਮੈਂਸ਼ਨ ਸੀ। ਉਹਦੇ ਵਾਸਤੇ ਜਿਹੜਾ ਆਪਾਂ ਨਾਮ ਯਾਦ ਕਰਨਾ ਉਹ ਹੈ ਕਿਹੜਾ? ਐਡਮ ਸਮਿਥ, ਜਿਹਨੂੰ ਫਾਦਰ ਆਫ ਇਕਨੋਮਿਕਸ ਵੀ ਕਹਿੰਦੇ ਆ, ਜਿਨ੍ਹਾਂ ਨੇ ਵੈਲਥ ਆਫ ਨੇਸ਼ਨਸ ਨਾਮ ਦੀ ਕਿਤਾਬ ਲਿਖੀ ਤੇ ਉਹਦੇ ਵਿੱਚ ਉਹਨਾਂ ਨੇ ਲੈਜ਼ੇਸ ਫੇਅਰ ਦਾ ਆਈਡੀਆ ਦਿੱਤਾ। ਲੈਜ਼ੇਸ ਫੇਅਰ ਮੀਨ ਲੀਵ ਦਾ ਮੈਨ ਅਲੋਨ, ਆਦਮੀ ਨੂੰ ਇਕੱਲਾ ਛੱਡੋ ਤੇ ਆਦਮੀ ਨੂੰ ਟ੍ਰੇਡ ਕਰਨ ਦਿਓ, ਵਪਾਰ ਕਰਨ ਦਿਓ, ਸਟੇਟ ਹਰ ਚੀਜ਼ ਦੇ ਵਿੱਚ ਆ ਕੇ ਨਾ ਹਸਤਾਸ਼ੇਪ ਨਾ ਕਰੇ, ਇੰਟਰਫੇਅਰ ਨਾ ਕਰੇ। ਇਹ ਆਈਡੀਆ ਲਿਬਰਲਿਜ਼ਮ ਦਾ ਇਕਨੋਮਿਕ ਡਾਇਮੈਂਸ਼ਨ ਸੀ। ਇਹਦਾ ਇੱਕ ਸੋਸ਼ਲ ਡਾਇਮੈਂਸ਼ਨ ਆਇਆ ਕਿ ਸੈਕੂਲਰ ਸਟੇਟ ਹੋਣੀ ਚਾਹੀਦੀ ਹੈ, ਧਰਮ ਦੇ ਵਿੱਚ ਸਟੇਟ ਦਾ ਕੋਈ ਹਸਤਾਸ਼ੇਪ ਨਹੀਂ ਹੋਣਾ ਚਾਹੀਦਾ, ਜਾਂ ਧਰਮ ਦਾ ਸਟੇਟ ਦੇ ਪੋਲੀਟੀਕਲ ਕੰਮਾਂ ਦੇ ਵਿੱਚ ਕੋਈ ਹਸਤਾਸ਼ੇਪ ਨਹੀਂ ਹੋਣਾ ਚਾਹੀਦਾ। ਤੇ ਇਹ ਸੋਸ਼ਲ ਆਈਡੀਆ ਆ ਗਿਆ। ਨਾਲ ਹੀ ਇਹਦਾ ਪੋਲੀਟੀਕਲ ਆਈਡੀਆ ਆਇਆ ਕਿ ਕੌਨਸਟੀਟਿਊਸ਼ਨਲਿਜ਼ਮ ਹੋਣਾ ਚਾਹੀਦਾ ਹੈ। ਕੌਨਸਟੀਟਿਊਸ਼ਨਲਿਜ਼ਮ ਮੀਨਸ ਕਿ ਇੱਕ ਸੰਵਿਧਾਨ ਲਿਖਿਆ ਜਾਏ ਜਿਹੜਾ ਰਾਜੇ ਦੀ ਪਾਵਰ ਦੇ ਉੱਪਰ ਵੀ ਰਿਸਟ੍ਰਿਕਸ਼ਨ ਲਾਏ। ਰਾਜੇ ਕੋਲ ਐਬਸੋਲੂਟ ਪਾਵਰ ਨਹੀਂ ਹੋ ਸਕਦੀ, ਇਹਨੂੰ ਕਹਿੰਦੇ ਸੀ ਐਬਸੋਲੂਟ ਮੋਨਾਰਕੀ। ਹੁਣ ਅਸੀਂ ਉਸ ਐਬਸੋਲੂਟ ਮੋਨਾਰਕੀ ਤੋਂ ਅੱਗੇ ਚੱਲਣਾ ਹੈ ਤੇ ਉੱਥੇ ਕੀ ਆਏਗਾ? ਕੌਨਸਟੀਟਿਊਸ਼ਨਲ ਮੋਨਾਰਕੀ। ਪਹਿਲੇ ਕੀ ਹੋਏਗਾ? ਐਬਸੋਲੂਟ ਮੋਨਾਰਕੀ, ਫਿਰ ਆਏਗੀ ਕੌਨਸਟੀਟਿਊਸ਼ਨਲ ਮੋਨਾਰਕੀ। ਫਿਰ ਲੋਕੀ ਕਹਿਣਗੇ ਸਾਨੂੰ ਮੋਨਾਰਕੀ ਨਹੀਂ ਚਾਹੀਦੇ, ਸਿਰਫ ਕੌਨਸਟੀਟਿਊਸ਼ਨ ਤੇ ਪਾਰਲੀਮੈਂਟ ਦਿਓ। ਇੱਥੋਂ ਦੀ ਡੈਮੋਕ੍ਰੇਸੀ ਆ ਜਾਏਗੀ ਜਦੋਂ ਆਪਾਂ ਪਾਰਲੀਮੈਂਟ ਦੀ ਡਿਮਾਂਡ ਕਰਾਂਗੇ। ਇਸ ਤਰ੍ਹਾਂ ਹੌਲੀ ਹੌਲੀ ਇੱਕ ਈਵੈਂਟ ਚੱਲੀ ਜਾਊਗਾ। ਹੁਣ ਲਿਬਰਲਿਜ਼ਮ ਦੇ ਵਿੱਚ 3 ਆਈਡੀਆ ਹੋ ਗਏ। ਇਹਦੇ ਵਿੱਚ ਇੰਪੋਰਟੈਂਟ ਨਾਮ ਕਿਹੜੇ ਹੋਏ? ਇੰਗਲੈਂਡ ਦੇ ਵਿੱਚ ਤੁਹਾਡੇ ਕੋਲ ਨਾਮ ਆ ਗਿਆ ਸੀਗਾ ਜੀ, ਸਭ ਤੋਂ ਪਹਿਲਾਂ ਜੌਨ ਲੌਕ ਦਾ, ਉਸ ਤੋਂ ਪਹਿਲਾਂ ਥਾਮਸ ਹੌਬਸ ਦਾ। ਪਰ ਐਨਲਾਈਟਨਮੈਂਟ ਦੇ ਆਈਡੀਆ ਬੈਸਟ ਫਰਾਂਸ 'ਚ ਆਏ। ਫਰਾਂਸ ਦੇ ਵਿੱਚ 3 ਬੜੇ ਹੀ ਮਸ਼ਹੂਰ ਰਾਈਟਰ ਨੇ, ਜਿਨ੍ਹਾਂ ਦੇ ਵਿੱਚੋਂ ਦੀ ਇੱਕ ਹੈ ਵੋਲਟੇਅਰ, ਦੂਜੇ ਹੈਗੇ ਹੈ ਮੋਂਟੈਸਕ ਤੇ ਤੀਜੇ ਹੈਗੇ ਹੈ ਰੂਸ਼ੋ। ਮੋਂਟੈਸਕ ਨੇ ਆਈਡੀਆ ਦਿੱਤਾ ਸੈਪਰੇਸ਼ਨ ਆਫ ਪਾਵਰ ਦਾ, ਕਿ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਨੂੰ 3 ਅਲੱਗ-ਅਲੱਗ ਅੰਗਾਂ 'ਚ ਵੰਡਿਆ ਜਾਵੇ, ਔਰ ਤਾਂ ਕਿ ਇਹ ਚੈੱਕ ਐਂਡ ਬੈਲੈਂਸ ਕਰਨ। ਜੇ ਕੋਈ ਆਪਣੀ ਪਾਵਰ ਦਾ ਮਿਸਯੂਜ਼ ਕਰ ਰਿਹਾ, ਅਬਿਊਜ਼ ਆਫ ਪਾਵਰ ਕਰ ਰਿਹਾ, ਤੇ ਦੂਜਾ ਉਹਨੂੰ ਚੈੱਕ ਕਰੇ। ਜਿੱਦਾਂ ਅਸੀਂ ਕਹਿੰਦੇ ਨਾ ਕਿ ਜੇ ਕੋਈ ਪਾਰਲੀਮੈਂਟ ਗਲਤ ਕਾਨੂੰਨ ਬਣਾ ਦੇ ਤੇ ਜੁਡੀਸ਼ਰੀ ਉਹਨੂੰ ਚੈੱਕ ਕਰਦੀ ਹੈ, ਇਹ ਹੁੰਦਾ ਚੈੱਕ ਐਂਡ ਬੈਲੈਂਸ। ਠੀਕ ਹੈ। ਹੁਣ ਮੋਂਟੈਸਕ ਨੇ ਸੈਪਰੇਸ਼ਨ ਆਫ ਪਾਵਰ ਦਾ ਆਈਡੀਆ ਦਿੱਤਾ, ਚੈਕਸ ਐਂਡ ਬੈਲੈਂਸਿਸ ਦਾ, ਤੇ ਜਿਹੜੇ ਰੂਸ਼ੋ ਸੀਗੇ ਉਹਨਾਂ ਨੇ ਡਾਇਰੈਕਟ ਡੈਮੋਕ੍ਰੇਸੀ ਦਾ ਆਈਡੀਆ ਦਿੱਤਾ।
ਡੈਮੋਕ੍ਰੇਸੀ ਦਾ ਔਰ ਡਾਇਰੈਕਟ ਡੈਮੋਕ੍ਰੇਸੀ ਦਾ, ਔਰ ਇਹਨਾਂ ਨੇ ਵੀ ਸੋਸ਼ਲ ਕੰਟਰੈਕਟ ਥਿਊਰੀ ਉਹ ਦਿੱਤੀ ਹੈ। तो 3 ਰਾਈਟਰ ਹੈ, ਥਾਮਸ ਹੌਬਸ, ਜੌਨ ਲੌਕ ਤੇ ਰੂਸੋ, ਜਿਨ੍ਹਾਂ ਨੇ ਸੋਸ਼ਲ ਕੰਟਰੈਕਟ ਥਿਊਰੀ ਦਿੱਤੀ। ਇसी तरह ਵੋਲਟੇਅਰ ਨੇ ਸਿਵਲ ਰਾਈਟਸ ਦੀ ਗੱਲ ਕੀਤੀ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ, ਤੇ ਉਹਨਾਂ ਨੇ ਚਰਚ ਨੂੰ ਹੋਰ ਜ਼ਿਆਦਾ ਕੰਡੈਮ ਕੀਤਾ ਕਿ ਰਿਲੀਜਨ ਜਿਹੜਾ ਹੈ ਉਹਨੂੰ ਸਟੇਟ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਹੁਣ ਇਹ ਐਨਲਾਈਟਨਮੈਂਟ ਦੇ ਆਈਡੀਆਜ਼ ਫਰਾਂਸ ਦੀ ਧਰਤੀ ਤੋਂ ਪੂਰੇ ਯੂਰਪ, ਫਿਰ ਯੂਰਪ ਤੋਂ ਬਾਅਦ ਅਮਰੀਕਾ ਤੋਂ ਬਾਅਦ ਪੂਰੀ ਦੁਨੀਆ 'ਚ ਫੈਲੇ। ਇਹਨਾਂ ਐਨਲਾਈਟਨਮੈਂਟ ਆਈਡੀਆਜ਼ ਤੋਂ ਇਨਸਪੀਰੇਸ਼ਨ ਲੈ ਕੇ ਅਮਰੀਕਾ ਦੇ ਲੋਕਾਂ ਨੇ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਲੜੀ, ਜਿਹਦੇ ਵਾਸਤੇ ਸਭ ਤੋਂ ਵੱਡੀ ਇਨਸਪੀਰੇਸ਼ਨ ਕੌਣ ਬਣੇ? ਜੌਨ ਲੌਕ। ਉਹਨਾਂ ਦੇ ਕਿਤਾਬ ਸੋਸ਼ਲ ਕੰਟਰੈਕਟ, ਜਿਹੜੀ ਉਹਨਾਂ ਦੀ ਕਿਤਾਬ ਹੈ ਟਰੂ ਟ੍ਰੀਟਿਸ ਆਫ ਸਿਵਲ ਲਿਬਰਟੀ, ਉਸ ਕਿਤਾਬ ਦੀ ਜਿਹੜੀ ਲਾਈਨ ਸੀਗੀ ਆਲ ਮੈਨ ਆਰ ਬੋਰਨ ਇਕੁਅਲ, ਅਮਰੀਕਾ ਦੇ ਸੰਵਿਧਾਨ ਦੀ ਓਪਨਿੰਗ ਲਾਈਨ ਬਣੀ, ਆਲ ਮੈਨ ਆਰ ਬੋਰਨ ਇਕੁਅਲ। ਸੋ ਅਮਰੀਕਾ ਇਨਲਾਈਟਨਮੈਂਟ ਤੋਂ ਇੰਸਪਾਇਰ ਹੋਇਆ ਔਰ ਅਮਰੀਕਾ ਨੇ ਆਪਣੀ ਫਰੀडम ਦੇ ਲਈ ਇਨੀਸ਼ੀਏਟਿਵ ਲਿਆ ਅਮਰੀਕਨ ਵਾਰ ਆਫ ਇੰਡੀਪੈਂਡੈਂਸ, ਜਿਹਨੂੰ ਅਮਰੀਕਨ ਰੈਵੋਲੂਸ਼ਨ ਵੀ ਕਿਹਾ ਜਾਂਦਾ ਹੈ। 1776 4 ਜੁਲਾਈ ਡੇਟ ਇੰਪੋਰਟੈਂਟ ਹੈ, PCS ਡੇਟ ਵੀ ਪੁੱਛਦੇ ਹੈ, 4 ਜੁਲਾਈ 1776। ਠੀਕ ਹੈ, ਹੁਣ ਅਮਰੀਕਾ ਨੇ ਲੜਾਈ ਲੜੀ, ਅਮਰੀਕਾ ਨੇ ਬ੍ਰਿਟੇਨ ਦੇ ਅਗੇਂਸਟ ਲੜਾਈ ਲੜੀ। ਬ੍ਰਿਟੇਨ ਦੀਆਂ ਫੌਜਾਂ ਨੂੰ ਲੀਡ ਕੀਤਾ ਲਾਰਡ ਕਾਰਨਵਾਲਿਸ ਨੇ। ਲਾਰਡ ਕਾਰਨਵਾਲਿਸ ਕਿਹੜੇ? ਜਿਹੜੇ ਇੰਡੀਆ ਆ ਗਏ ਸੀਗੇ ਗਵਰਨਰ ਜਨਰਲ ਬਣ ਕੇ ਇਸ ਤੋਂ ਬਾਅਦ, ਜਿਨ੍ਹਾਂ ਨੇ ਪਰਮਾਨੈਂਟ ਸੈਟਲਮੈਂਟ ਵੀ ਕੀਤੀ ਸੀ। ਉਹ ਪਹਿਲੇ ਅਮਰੀਕਾ 'ਚ ਸੀਗੇ, ਬ੍ਰਿਟੇਨ ਦੀ ਆਰਮੀ ਨੂੰ ਲੀਡ ਕਰ ਰਹੇ ਹੈ। ਤੇ ਬ੍ਰਿਟੇਨ ਦੀ ਆਰਮੀ ਨੂੰ ਲੀਡ ਕਿੰਨੇ ਕੀਤਾ? ਜਾਰਜ ਵਾਸ਼ਿੰਗਟਨ ਨੇ। ਜਿਹੜਾ ਆਜ਼ਾਦ ਕਰਾਊਗਾ ਉਹੀ ਪਹਿਲਾ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਬਣੂਗਾ। ਸਾਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦੀ ਲੜਾਈ 'ਚ ਪੂਰਾ ਯੋਗਦਾਨ ਦਿੱਤਾ, ਸਾਡੇ ਪਹਿਲੇ ਪ੍ਰਾਈਮ ਮਿਨਿਸਟਰ ਬਣੇ। ਜਾਰਜ ਵਾਸ਼ਿੰਗਟਨ ਨੇ ਅਮਰੀਕਾ ਦੀ ਲੜਾਈ 'ਚ ਪੂਰਾ ਯੋਗਦਾਨ ਦਿੱਤਾ, ਉਹ ਉੱਥੇ ਦੇ ਪਹਿਲੇ ਰਾਸ਼ਟਰਪਤੀ ਬਣੇ। ਠੀਕ ਹੈ, ਹੁਣ ਅਮਰੀਕਾ ਆਜ਼ਾਦ ਹੋ ਗਿਆ। ਅਮਰੀਕਾ ਤੋਂ ਇੰਸਪਾਇਰ ਹੋ ਕੇ ਹੁਣ ਫਰਾਂਸ ਨੇ ਫ੍ਰੈਂਚ ਰੈਵੋਲੂਸ਼ਨ ਕਰ ਦੇਣਾ 1789 'ਚ। ਤੇ ਇਸ ਤਰ੍ਹਾਂ ਚੀਜ਼ਾਂ ਨੂੰ ਜੋੜਦਾ ਹੋਇਆ ਲਿਬਰਲਿਜ਼ਮ, ਸੋਸ਼ਲਿਜ਼ਮ, ਕਮਿਊਨਿਜ਼ਮ, ਫੈਮਿਨਿਜ਼ਮ, ਸਾਰੀਆਂ ਆਈਡੀਓਲੋਜੀਜ਼ ਕਰਾਉਂਦਾ ਹੋਇਆ। ਇਸੇ ਤਰ੍ਹਾਂ ਵਰਲਡ ਹਿਸਟਰੀ ਦੇ ਨਾਲ ਉਹਦੇ ਈਵੈਂਟਸ ਨਾਲ ਜੋੜ ਕੇ ਕਿ ਕਿਉਂ ਇਸ ਪੜਾਅ ਤੇ ਇਹ ਵਾਲੀ ਥਿਊਰੀ ਆਈ, ਕਿਉਂ ਇਹ ਰਾਈਟਰਸ ਦੀਆਂ ਗੱਲਾਂ ਇਸ ਟਾਈਮ ਤੇ ਪੋਪੂਲਰ ਹੋਈਆਂ, ਇਹਨਾਂ ਰਾਈਟਰਸ ਦੀ ਰਾਈਟਿੰਗਸ ਤੋਂ ਅਗਲੇ ਰਾਈਟਰਸ ਨੇ ਕੀ ਇਨਸਪੀਰੇਸ਼ਨ ਲਈ। ਇਸ ਤਰ੍ਹਾਂ ਕਹਾਣੀ ਵਾਕਣ ਸਾਰੀ ਗੱਲਾਂ ਜੋੜ ਕੇ ਆਪ ਸਭ ਵਾਸਤੇ ਇਹ ਫ੍ਰੀ ਇਨੀਸ਼ੀਏਟਿਵ ਸਟਾਰਟ ਕਰ ਰਹੇ ਹਾਂ ਅਸੀਂ ਮੰਡੇ ਤੋਂ। ਅਗਲੇ 5 ਜਾਂ 6 ਲੈਕਚਰਸ ਦੇ ਵਿੱਚ ਮੈਂ ਤੁਹਾਨੂੰ ਪੂਰੀ ਵਰਲਡ ਹਿਸਟਰੀ, ਪੋਲੀਟੀਕਲ ਥਿੰਕਰਸ, ਪੋਲੀਟੀਕਲ ਫਿਲਾਸਫੀਜ਼ ਕੰਪਲੀਟ ਕਰਾਵਾਂਗਾ। ਵਾਅਦਾ ਨਹੀਂ ਕਰ ਰਿਹਾ ਪਰ ਫਿਰ ਵੀ ਟਰਾਈ ਕਰਾਂਗਾ, ਨੋਟਸ ਵੀ ਦੇਵਾਂ। ਬਾਕੀ ਜਿਹੜੇ ਸਾਡੇ ਰਜਿਸਟਰਡ ਸਟੂਡੈਂਟ ਹੈ ਉਹਨਾਂ ਨੂੰ ਇਹ ਪੂਰੀ ਵਰਲਡ ਹਿਸਟਰੀ ਕਾਫੀ ਡਿਟੇਲ 'ਚ ਅਸੀਂ ਕਲਾਸ ਕਰਾਵਾਂਗੇ ਤੇ ਨਾਲ ਇਹਦੇ ਪ੍ਰੋਪਰ ਨੋਟਸ ਵੀ ਦੇਵਾਂਗੇ ਤੇ ਇਹਦੇ ਟੈਸਟ ਵੀ ਲਵਾਂਗੇ। ਥੈਂਕ ਯੂ ਵੈਰੀ ਮਚ ਜੀ, ਬੈਸਟ ਆਫ ਲੱਕ ਐਵਰੀਵਨ।